ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਅਸੀਂ ਫੇਰ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ ਨਾਲ ਗੱਲਬਾਤ ਕਰਾਂਗੇ ਤੇ ਅੱਜ ਦਾ ਵਿਸ਼ਾ ਰਹੇਗਾ ਸੂਰਜ, ਸਨਲਾਈਟ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਅਹਿਮੀਅਤ ਹੈ। ਸਨਲਾਈਟ ਦੇ ਤੋਂ ਬਿਨਾਂ ਸ੍ਰਿਸ਼ਟੀ ਦੇ ਵਿੱਚ ਕੀ ਫਰਕ ਪੈਂਦਾ ਹੈ, ਸਰੀਰ ਦੇ ਉੱਤੇ ਕੀ ਫਰਕ ਪੈਂਦਾ ਹੈ, ਸਨਲਾਈਟ ਸਾਡੇ ਲਈ ਕਿੰਨੀ ਕੁ ਜ਼ਰੂਰੀ ਹੈ ਤੇ ਸਨਲਾਈਟ ਤੋਂ ਬਿਨਾਂ ਸਾਡੇ ਸਰੀਰ ਦੇ ਅੰਦਰ ਕਿੱਥੇ ਕਿੱਥੇ ਕੀ ਪ੍ਰਭਾਵ ਪੈਂਦੇ ਨੇ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ। ਨਿਊਜ਼ ਏਸ਼ੀਆ ਪੰਜਾਬੀ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਸੂਰਜ ਨੂੰ ਭਾਸਕਰ, ਸੂਰਜ ਨੂੰ ਸੂਰਜ ਦੇਵ ਵੀ ਕਿਹਾ ਜਾਂਦਾ ਹੈ, ਨਮਸਕਾਰ ਕੀਤਾ ਜਾਂਦਾ ਹੈ। ਸੂਰਜ ਨਮਸਕਾਰ ਇੱਕ ਆਪਣਾ ਉਹਦੇ 'ਚ ਯੋਗਾ ਦੇ ਵਿੱਚ ਆਸਨ ਵੀ ਹੁੰਦਾ ਹੈਗਾ। ਸੂਰਜ ਨੂੰ ਜਲ ਦੇਣ ਦੀ ਵੀ ਜਿਹੜੀ ਹੈਗੀ ਉਹ ਇੱਕ ਰਵਾਇਤ ਹੈਗੀ ਹਿੰਦੂ ਧਰਮ ਦੇ ਵਿੱਚ। ਸੂਰਜ ਨੂੰ ਇੱਕ ਬੜਾ ਉੱਚਾ ਸਥਾਨ ਦਿੱਤਾ ਗਿਆ। ਇਹ ਵੀ ਕਿਹਾ ਜਾਂਦਾ ਵੀ ਸੂਰਜ ਜਿਹੜੀ ਹੈ ਉਹ ਸ੍ਰਿਸ਼ਟੀ ਦੀ ਆਤਮਾ ਹੈਗੀ ਹੈ। ਇਨਸਾਨ ਦੇ ਅੰਦਰ ਜਿਹੜਾ ਆਤਮਾ ਦੇ ਰੂਪ ਦੇ ਵਿੱਚ ਸੂਰਜ ਵਸ ਰਿਹਾ, ਕਿਉਂਕਿ ਨਦੀਆਂ, ਨਾਲੇ, ਪੇੜ ਪੌਦੇ, ਇਹ ਸਾਰੇ ਦੇ ਸਾਰੇ ਜਿਹੜੇ ਇਨਸਾਨ ਸਾਰੇ ਦੇ ਸਾਰੇ ਜਿਹੜੇ ਨੇ ਇਹ ਸੂਰਜ ਤੋਂ ਊਰਜਾ ਲੈਂਦੇ ਨੇ। ਕੀ ਮੈਂ ਠੀਕ ਹਾਂ? ਬਿਲਕੁਲ ਜੀ। ਸੂਰਜ ਜਦੋਂ ਆਪਾਂ ਸੁਬਾਹ ਉੱਠਦੇ ਹਾਂ ਤਾਂ ਅਸੀਂ ਸਰੀਰਕ ਰੂਪ 'ਤੇ ਉੱਠਦੇ ਹਾਂ, ਆਤਮਕ ਰੂਪ 'ਤੇ ਸਾਨੂੰ ਉੱਠਣ ਲੱਗੇ ਆਈ ਥਿੰਕ ਕਮ ਸੇ ਕਮ 1-1.5 ਘੰਟਾ ਬਾਡੀ ਨੂੰ ਲੱਗਦਾ ਹੈ ਇਹ ਰਿਅਲਾਈਜ਼ ਹੁੰਦੇ ਕਿ ਮੈਂ ਉੱਠ ਗਿਆ। ਠੀਕ ਹੈ। ਤਾਂ ਸਨਲਾਈਟ, ਸੂਰਜ ਦਾ ਜਦੋਂ ਪੂਰੀ ਰਾਤ ਕਾਇਨਾਤ ਰਾਤ ਨੂੰ ਸੌਂਦੀ ਹੈ, ਸ਼ਾਂਤ ਹੁੰਦਾ ਹੈ ਮਾਹੌਲ, ਮੌਸਮ, ਤਾਂ ਸੂਰਜ ਇੱਕ ਨਵੇਂ ਦਿਨ ਦੀ ਸ਼ੁਰੂਆਤ ਵਿੱਚ ਨਵੀਂ ਊਰਜਾ ਭਰਨ ਦਾ ਕੰਮ ਕਰਦਾ ਹੈ। ਤਾਂ ਅਗਰ ਇੰਨੀ ਵੱਡੀ ਸ੍ਰਿਸ਼ਟੀ 'ਚ ਨਵੀਂ ਊਰਜਾ ਭਰਨ ਦਾ ਕੰਮ ਕਰਦਾ ਤਾਂ ਇੱਕ ਬਾਡੀ ਦੇ ਵਿੱਚ ਵੀ ਉਹ ਨਵੀਂ ਊਰਜਾ ਭਰਨ ਦਾ ਕੰਮ ਕਰਦਾ। ਇਹਦੀ ਅਹਿਮੀਅਤ ਬੜੀ ਜ਼ਿਆਦਾ ਹੈ ਸਾਡੇ ਜੀਵਨ ਦੇ ਵਿੱਚ ਕਿ ਸੂਰਜ ਦੀ ਲਾਈਟ, ਪਹਿਲੇ ਤਾਂ ਚੀਜ਼ ਹੈਗੀ ਕਿ ਸੂਰਜ ਦੀ ਅਸੀਂ ਲਾਈਟ ਲੈਣੀ ਹੈ, ਸੂਰਜ ਦੀ ਹੀਟ ਨਹੀਂ ਲੈਣੀ ਬਾਡੀ ਨੂੰ ਜਗਾਉਣ ਲਈ। ਕਿਉਂਕਿ ਅਕਸਰ ਅਸੀਂ ਜੋ ਪੇਸ਼ੈਂਟ ਨੂੰ ਕਹਿੰਦੇ ਕਿ ਤੁਸੀਂ ਸੂਰਜ ਦੀ ਰੌਸ਼ਨੀ ਅੱਗੇ ਬੈਠਣਾ, ਉਹ ਕਹਿੰਦੇ ਡਾਕਟਰ ਸਾਹਿਬ ਬੜੀ ਗਰਮੀ 'ਚ ਬੈਠਣਾ। ਤਾਂ ਉਹਨਾਂ ਨੂੰ ਸਮਝਾਇਆ ਜਾਂਦਾ ਕਿ ਜਦੋਂ ਸੂਰਜ ਨਿਕਲਦਾ ਹੈ, ਸਨਰਾਈਜ਼ਿੰਗ ਹੁੰਦੀ ਹੈ, ਤਾਂ ਉਸ ਟਾਈਮ 'ਤੇ ਉਹਦੀ ਰੌਸ਼ਨੀ ਹੁੰਦੀ ਹੈ, ਹੀਟ ਨਹੀਂ ਹੁੰਦੀ, ਔਰ ਉਹੀ ਰੌਸ਼ਨੀ ਨੂੰ ਅਸੀਂ ਬਾਡੀ 'ਤੇ ਲੈਣਾ ਹੁੰਦਾ ਹੈ। ਪਲੱਸ ਜਦੋਂ ਸੂਰਜ ਛਿਪਦਾ ਸਨਸੈਟ ਦੇ ਟਾਈਮ 'ਤੇ, ਉਹ ਵੀ ਅਸੀਂ ਉਸ ਪਲ ਨੂੰ ਵੀ ਉਸ ਟਾਈਮ 'ਤੇ ਵੀ ਅਸੀਂ ਉਹਦੇ ਉੱਥੇ ਖੜ੍ਹ ਸਕਦੇ, ਰੁਕ ਸਕਦੇ ਹਾਂ, ਉਹਦੀ ਊਰਜਾ ਨੂੰ ਲੈ ਸਕਦੇ ਹੈਗੇ ਆ। ਔਰ ਸੂਰਜ ਦੀ ਲਾਈਟ ਜਦੋਂ ਅਸੀਂ ਬਾਡੀ 'ਤੇ ਲੈਂਦੇ ਹੈਗੇ ਆ, ਇਹਦੇ ਨਾਲ ਸਭ ਤੋਂ ਪਹਿਲਾਂ ਤਾਂ ਸਾਡੀ ਜਿਹੜੀ ਸਕਿਨ ਹੈ, ਚਮੜੀ ਹੈ, ਇਹਦਾ ਰੋਮ ਖੁੱਲ੍ਹਦਾ ਹੈ ਔਰ ਲੀਵਰ ਦੀ ਡੀਟੌਕਸੀਫਿਕੇਸ਼ਨ ਕਰਨ ਦਾ ਜਿਹੜਾ ਪ੍ਰੋਸੈਸ ਹੈ ਉਹ ਐਕਟਿਵ ਹੋ ਜਾਂਦਾ ਹੈ। ਠੀਕ ਹੈ। ਜਦੋਂ ਅਸੀਂ ਸੁਬਾਹ ਉੱਠਦੇ ਹਾਂ ਨਾ, ਨੋਰਮਲੀ ਸਾਡਾ ਦਿਨ ਚਰਿਆ ਹੈਗੀ ਹੈ ਜਿਹੜੀ, ਸੁਬਾਹ ਉੱਠੇ, ਵਾਸ਼ਰੂਮ ਗਏ, ਫਰੈਸ਼ ਹੋਏ, ਚਾਹ ਪੀਤੀ, ਘੜੀ ਵੱਲ ਦੇਖਿਆ, ਆਫਿਸ ਜਾਣਾ ਹੈ, ਦੁਕਾਨ 'ਤੇ ਜਾਣਾ ਹੈ, ਕੰਮ 'ਤੇ ਜਾਣਾ ਹੈ, ਉਹਦਾ ਰੂਟੀਨ ਦੇ ਲਈ ਆਪਦੀ ਬਾਥ ਲਿਆ, ਨਹਾਉਣ ਧੋਣ ਕੀਤਾ ਔਰ ਰੋਟੀ ਪਾਣੀ ਖਾਧਾ, ਚਾਹ ਫੇਰ ਪੀਤੀ ਅਤੇ ਨਿਕਲ ਗਏ। ਲੇਕਿਨ ਇਸ ਪੂਰੇ ਪ੍ਰੋਸੈਸ ਦੇ ਅੰਦਰ ਅਸੀਂ ਬਾਡੀ ਲਈ ਕੀ ਕੀਤਾ? ਕੁਛ ਵੀ ਨਹੀਂ। ਉਹ ਜਿਹੜੀ ਦੌੜ ਆ ਉਹ ਅਸੀਂ ਆਪਣੇ ਗ੍ਰਹਿਸਥ ਜੀਵਨ ਦੀ ਇਹ ਦੌੜ, ਬਾਡੀ ਲਈ ਉਹਦੇ 'ਚ ਕੁਛ ਵੀ ਅਸੀਂ ਯੋਗਦਾਨ ਨਹੀਂ ਪਾਇਆ, ਜਿਹਨੂੰ ਨਾਲ ਲੈ ਕੇ ਅਸੀਂ ਉਹ ਗ੍ਰਹਿਸਥ ਜੀਵਨ ਜਿਉਣਾ। ਤਾਂ ਉਹਦੇ ਵਿੱਚ ਸਭ ਤੋਂ ਅੱਛਾ ਸੋਰਸ ਹੈਗਾ ਕਿ ਅਗਰ ਅਸੀਂ 30 ਤੋਂ 35 ਮਿੰਟ ਸਨਲਾਈਟ ਰੈਗੂਲਰ ਲਈਏ। ਉਹਦੇ ਨਾਲ ਦੇਖੋ, ਜਿਨ੍ਹਾਂ ਦੇ ਲੀਵਰ ਡਿਸਆਰਡਰ ਨੇ, ਅੱਜ 85% ਲੋਕਾਂ ਨੂੰ ਲੀਵਰ ਡਿਸਆਰਡਰ ਹੋਇਆ ਪਿਆ। ਕਿਸੇ ਦਾ ਗ੍ਰੇਡ 1 ਹੈ, 2 ਹੈ, 3 ਹੈ, ਫੈਟੀ ਹੋਇਆ ਪਿਆ। ਠੀਕ ਹੈ। ਜਦੋਂ ਅਸੀਂ ਸਨਲਾਈਟ ਲਵਾਂਗੇ ਨਾ, ਲੀਵਰ ਡੀਟੌਕਸੀਫਿਕੇਸ਼ਨ ਵਧਾ ਦਿੰਦਾ ਗੰਦਗੀ। ਔਰ ਇਹ ਚੀਜ਼ ਨੋਟ ਕਰਿਓ ਜੇ, ਜਦੋਂ ਅਸੀਂ ਸਨਲਾਈਟ ਲੈਣੀ ਸ਼ੁਰੂ ਕਰਾਂਗੇ ਤੁਹਾਡਾ ਯੂਰਿਨ ਪੀਲੇਪਨ 'ਚ ਵੱਧ ਜਾਏਗਾ। ਠੀਕ ਹੈ। ਯੂਰਿਨ ਦੇ ਵਿੱਚ ਪੀਲਾਪਨ ਵੱਧ ਜਾਏਗਾ, ਉਹਦਾ ਮਤਲਬ ਇਹ ਹੈ ਕਿ ਤੁਹਾਡੇ ਲੀਵਰ ਨੇ ਵਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਡੀਹਾਈਡਰੇਸ਼ਨ ਹੁਣ ਘਟਣੀ ਸ਼ੁਰੂ ਹੋ ਗਈ ਹੈ। ਜੀ ਬਿਲਕੁਲ ਜੀ, ਡੀਹਾਈਡਰੇਸ਼ਨ ਘਟੇਗੀ। ਡੀਹਾਈਡਰੇਸ਼ਨ ਹੁੰਦੀ ਤਾਂ ਹੈ ਕਿਉਂਕਿ ਲੀਵਰ ਜਿਹੜਾ ਹੈਗਾ ਉਹ ਫੈਟ ਨਾਲ ਭਰਿਆ ਪਿਆ। ਠੀਕ ਹੈ। ਤਾਂ ਉਹ ਲੀਵਰ 'ਚ ਊਰਜਾ ਹੀ ਨਹੀਂ ਜਾ ਰਹੀ। ਅੱਛਾ, ਸਨਲਾਈਟ ਨੇ ਲੀਵਰ ਦੇ ਵਿੱਚ ਊਰਜਾ ਭਰਨੀ ਹੈ ਤਾਂ ਜੋ ਉਹ ਸਾਰੀ ਗੰਦਗੀ ਨੂੰ ਕਿਡਨੀ ਤੱਕ ਦਵੇ
ਕਿਡਨੀ 'ਚ ਊਰਜਾ ਭਰਨੀ ਹੈ ਤਾਂ ਜੋ ਫਿਲਟਰ ਕਰੇ। ਉਸ ਤੋਂ ਅੱਗੇ ਹਾਰਟ ਨੂੰ, ਦਿਲ ਨੂੰ ਊਰਜਾ ਦੇਣੀ ਹੈ ਤਾਂ ਜੋ ਉਹ ਕਿਡਨੀ ਤੋਂ ਫਿਲਟਰ ਹੋਇਆ ਬਲੱਡ ਪੰਪ ਕਰੇ ਤੇ ਸਾਰੀਆਂ ਸਾਡੀਆਂ ਧਮਨੀਆਂ, ਆਰਟਰੀਜ਼ ਨੂੰ ਮੂਵ ਹੋਵੇ। ਇਹ ਪੂਰਾ ਇੱਕ ਇੰਜਨ ਸਟਾਰਟ ਹੋਣਾ ਹੈ ਜਦੋਂ ਅਸੀਂ ਉੱਠੇ ਹਾਂ, ਲੇਕਿਨ ਉਹ ਨਹੀਂ ਹੁੰਦਾ। ਕਿਉਂ? ਅਸੀਂ ਸਨਲਾਈਟ ਲਈ ਨਹੀਂ। 30 ਤੋਂ 35 ਮਿੰਟ ਸਨਲਾਈਟ ਬਹੁਤ ਕੰਪਲਸਰੀ ਹੈ, ਔਰ ਅਸੀਂ ਰਿਕਮੈਂਡ ਕਰਦੇ ਹੁੰਦੇ ਹਾਂ ਨਾਲ ਕਿ ਅਗਰ 5 ਮਿੰਟ ਕਲੈਪਿੰਗ ਵੀ ਕਰ ਲਈ ਜਾਵੇ। ਔਰ ਕਲੈਪਿੰਗ ਕਰਨ ਦੀ ਜਿਹੜੀ ਵਿਧੀ ਉਹ ਉਂਗਲਾਂ ਨੂੰ ਖੋਲ੍ਹ ਕੇ ਇਹ ਵਾਲੀ ਹੈ, ਇਸ ਤਰ੍ਹਾਂ ਹਿੱਟ ਕਰਨਾ, ਇਹ ਵਾਲੀ ਵਿਧੀ ਅਸੀਂ ਦੱਸੀ ਦੀ ਹੈ। ਤਾਂ ਅੱਛਾ, ਦੂਸਰੀ ਚੀਜ਼ ਕੀ ਹੈ? ਇਹ ਵੀ ਸਵੇਰੇ ਸਵੇਰੇ ਕਰਨੀ ਕਲੈਪਿੰਗ? ਸੁਬਾਹ ਕਿਸੇ ਟਾਈਮ ਵੀ ਕਰ ਸਕਦੇ? ਨਹੀਂ, ਕਲੈਪਿੰਗ ਵੈਸੇ ਤਾਂ ਕਿਸੇ ਟਾਈਮ ਵੀ ਕਰ ਲਓ, ਲੇਕਿਨ ਸਨਲਾਈਟ ਦੇ ਨਾਲ ਕਰਦੇ ਹਾਂ ਤਾਂ ਬਲੱਡ ਸਟਿਮੂਲੇਟ ਹੋਏਗਾ, ਤਾਂ ਅਸੀਂ ਉਹ ਸਰੀਰ ਦਾ ਜਿਹੜਾ ਡੀਟੌਕਸੀਫਿਕੇਸ਼ਨ ਦਾ ਪ੍ਰੋਸੈਸ ਹੈ, ਸਰੀਰ ਦੇ ਜਿਹੜੇ ਵੀਕਨੈਸ ਹੈ, ਮਸਲ ਵੀਕਨੈਸ ਹੈ, ਹਾਰਟ ਦੀ ਵੀਕਨੈਸ ਹੈ, ਉਹਨੂੰ ਕਵਰ ਕਰਨ ਦੇ ਵਿੱਚ ਹੈਲਪ ਮਿਲ ਜਾਂਦੀ ਹੈ। ਪਲੱਸ ਕੌਨਸਟੀਪੇਸ਼ਨ ਹੈ, ਡਾਈਜੈਸਟਿਵ ਸਿਸਟਮ ਵੀਕ ਹੈ, ਉਹਦੇ 'ਚ ਉਹ ਪ੍ਰੋਬਲਮ ਕਾਫੀ ਸੋਲਵ ਹੋ ਜਾਂਦੀਆਂ ਨੇ। ਔਰ ਦੂਸਰੀ ਚੀਜ਼ ਕੀ ਹੈਗੀ ਕਿ ਸਨਲਾਈਟ ਦੇ ਨਾਲ ਜੋ ਅਸੀਂ ਫੂਡ ਲੈਂਦੇ ਹਾਂ, ਭੋਜਨ ਲੈਂਦੇ ਹਾਂ, ਬੋਡੀ ਉਹਦੇ 'ਚੋਂ ਜ਼ਿਆਦਾ ਰਸ ਕੱਢਣ ਦੀ ਖਮਤਾ ਵੱਧ ਜਾਂਦੀ ਬੋਡੀ ਦੀ। ਠੀਕ ਆ, ਹੁਣ ਜਿਵੇਂ ਅਸੀਂ ਪੇਸ਼ੈਂਟ ਨੂੰ ਰਿਕਮੈਂਡ ਕਰ ਰਹੇ ਹਾਂ ਸਨਲਾਈਟ, ਨਾਲ ਅਸੀਂ ਸਮਝਾਉਂਦੇ ਵੀ ਹਾਂ। ਖਾਲੀ ਇਹ ਨਹੀਂ ਕਿ ਪਰਚੀ 'ਤੇ ਲਿਖਤਾ ਸਨਲਾਈਟ 35 ਮਿੰਟਸ, ਕਲੈਪਿੰਗ 5 ਮਿੰਟ, ਇਹ ਕੁਛ ਨਹੀਂ। ਪਹਿਲਾਂ ਅਸੀਂ ਉਹਨੂੰ ਸਮਝਾਉਂਦੇ ਹਾਂ, ਜੋ ਸਾਡੀ ਮੇਨ ਫਿਲਾਸਫੀ ਹੈ। ਸਾਡਾ ਪਹਿਲੀ ਕੋਸ਼ਿਸ਼ ਹੀ ਐਜੂਕੇਸ਼ਨ ਹੈ, ਸੈਕਿੰਡ ਅਸੀਂ ਉਹਨੂੰ ਕੁਛ ਰੈਮਡੀਜ਼ ਨਾਲ ਜੋੜਦੇ ਹਾਂ। ਤਾਂ ਉਹਦੇ 'ਚ ਅਸੀਂ ਪਹਿਲਾਂ ਉਹਨੂੰ ਸਮਝਾਉਂਦੇ ਹਾਂ ਕਿ ਬਈ ਤੂੰ ਸਨਲਾਈਟ ਲੈਣੀ ਕਿਉਂ ਹੈ ਅਗਰ ਸਾਡੀ ਰੈਮਡੀਜ਼ ਲੈਣੀ ਹੈ। ਠੀਕ ਆ, ਅੱਛਾ, ਫਿਰ ਉਹਨੂੰ ਸਮਝ ਵੀ ਲੱਗਦੀ ਹੈ। ਉਹਨੂੰ ਦੱਸਿਆ ਜਾਂਦਾ ਹੈ ਕਿ ਜਦੋਂ ਤੁਸੀਂ ਸਨਲਾਈਟ ਲਵੋਗੇ ਹੁੰਦਾ ਕੀ ਹੈ ਕਿ ਸਾਡੇ ਸਰੀਰ ਦੀ ਇਮਿਊਨਿਟੀ ਅਤੇ ਨਰਵਸ ਸਿਸਟਮ ਪਲੱਸ ਕਿਸੇ ਚੀਜ਼ ਤੋਂ ਵੱਧ ਅਸਰ ਲੈਣ ਦੀ ਜਿਹੜੀ ਕਪੈਸਿਟੀ ਹੈ, ਠੀਕ ਹੈ, ਉਹਨੂੰ ਸਿਮੂਲੇਸ਼ਨ ਬੋਲਦੇ ਹੁੰਦੇ ਨੇ, ਉਹ ਘੱਟ ਹੈ ਇਸ ਟਾਈਮ 'ਤੇ। ਬਹੁਤ ਸਾਰੀਆਂ ਦਵਾਈਆਂ ਖਾ ਕੇ ਘਟੀ ਵੀ ਹੁੰਦੀ ਹੈ। ਤਾਂ ਜਦੋਂ ਤੁਸੀਂ ਸਨਲਾਈਟ ਦੇ ਨਾਲ ਇਹ ਨੈਚੁਰਲ ਰੈਮਡੀਜ਼ ਲਵੋਗੇ ਤਾਂ ਤੁਹਾਡਾ ਸਰੀਰ ਇਹਨਾਂ ਰੈਮਡੀਜ਼ ਦੇ ਵਿੱਚੋਂ ਜਿਹੜੇ ਮੈਡੀਸਨਲੀ ਤੱਤ ਨੇ ਜ਼ਿਆਦਾ ਲੈ ਪਾਏਗਾ। ਅਦਰਵਾਈਜ਼ ਬੋਡੀ ਵੇਸਟੇਜ ਕਰਦੀ ਹੈਗੀ। ਉਦਾਹਰਨ ਦੇ ਤੌਰ 'ਤੇ ਰੈਮਡੀਜ਼ ਦੇ ਵਿੱਚ 100% ਮੈਡੀਸਨਲ ਤੱਤ ਨੇ, ਲੇਕਿਨ ਬੋਡੀ ਤੁਹਾਡੀ 25% ਲੈ ਰਹੀ ਹੈ, ਤਾਂ 75% ਰੈਮਡੀਜ਼ ਵੇਸਟ ਹੋ ਰਹੀ ਬੋਡੀ 'ਚ। ਸੇਮ ਹੀ ਆਪਾਂ ਮਿਲਟਸ ਥੈਰੇਪੀ ਦਿੰਦੇ ਹਾਂ, ਤਾਂ ਮਿਲਟਸ ਦੇ ਵਿੱਚ ਬਹੁਤ ਸਾਰੇ ਮਿਨਰਲਸ ਨੇ, ਵਿਟਾਮਿਨਸ ਨੇ, ਫਾਈਬਰਸ ਨੇ। ਜਦੋਂ ਅਸੀਂ ਫੂਡ ਦੇ ਰੂਪ 'ਚ ਲਵਾਂਗੇ, ਅਗਰ ਸਨਲਾਈਟ ਲੈਂਦੇ ਹਾਂ ਤਾਂ ਬੋਡੀ ਉਹਦੇ ਵਿੱਚੋਂ ਜ਼ਿਆਦਾ ਮੈਡੀਸਨਲ ਤੱਤ ਲੈਗੀ, ਅਸਰ ਜ਼ਿਆਦਾ ਆਏਗਾ। ਜਿਹੜਾ ਰਿਜ਼ਲਟ 9 ਮਹੀਨੇ 'ਚ ਬੋਡੀ ਨੇ ਬਣਾਉਣਾ ਵਾ, ਉਹ ਰਿਜ਼ਲਟ 3 ਮਹੀਨੇ 'ਚ ਬਣਾਉਣ ਦੀ ਕੋਸ਼ਿਸ਼ ਕਰੇਗੀ, 5 ਮਹੀਨੇ ਬਣਾਉਣ ਦੀ ਕੋਸ਼ਿਸ਼ ਕਰੇਗੀ। ਔਰ ਅੱਛਾ, ਤੀਸਰਾ ਨੰਬਰ, ਸਨਲਾਈਟ ਨੇ ਨਰਵਸ ਸਿਸਟਮ ਨੂੰ ਐਕਟਿਵ ਕਰਨਾ ਹੈ। ਠੀਕ ਹੈ, ਜੋ ਨਰਵਸ ਸਿਸਟਮ ਐਕਟਿਵ ਹੋਏਗਾ, ਇਮਿਊਨਿਟੀ ਅਪ ਹੋਏਗੀ, ਤਾਂ ਰਿਕਵਰੀ ਆਪਣੀ ਆਪ ਵੀ ਫਾਸਟ ਹੋ ਜਾਂਦੀ ਹੈ ਕਿਸੇ ਰੋਗ 'ਚੋਂ ਬਾਹਰ ਆਉਣ ਦੀ। ਸੋ ਸਨਲਾਈਟ ਦੇ ਫਾਇਦੇ ਬਹੁਤ ਨੇ, ਔਰ ਵੱਡਾ ਫਾਇਦਾ ਇੱਕੋ ਹੀ ਹੈ, ਜਿਹੜਾ ਬਹੁਤ ਜ਼ਿਆਦਾ ਵਿਟਾਮਿਨ ਡੀ ਮਿਲਦਾ ਹੈ। ਮੰਨ ਲਓ ਅੱਛਾ, ਵਿਟਾਮਿਨ ਸੀ ਵੀ ਮਿਲਦਾ। ਠੀਕ ਹੈ, ਅੱਛਾ, ਵਿਟਾਮਿਨ ਡੀ ਜਿਹੜਾ ਹੈਗਾ ਇੱਕ ਮਾਤਰ ਇਸ ਤਰ੍ਹਾਂ ਦਾ ਵਿਟਾਮਿਨ ਹੈ ਜਿਹੜਾ ਵਿਟਾਮਿਨ ਵੀ ਹੈ ਅਤੇ ਹਾਰਮੋਨਸ ਨੂੰ ਪ੍ਰੋਡਿਊਸ ਕਰਨ ਵਾਲਾ ਵਿਟਾਮਿਨ ਵੀ ਹੈ। ਠੀਕ ਹੈ, ਹੱਡੀ ਲਈ ਵੀ ਹੈ ਅਤੇ ਹਾਰਮੋਨਸ ਲਈ ਵੀ ਹੈ। ਔਰ ਚੌਥੀ ਚੀਜ਼ ਹੈਗੀ ਹੈ ਕਿ ਅੱਜ ਜਿੰਨਾ ਵੀ ਸਰੀਰ ਦਾ ਸਮੇਂ ਤੋਂ ਪਹਿਲਾਂ ਬਜ਼ੁਰਗ ਹੋ ਜਾਣਾ, ਸਰੀਰ ਦਾ ਬੇਉਮਰੇ ਬਿਮਾਰ ਰਹਿਣਾ, ਅੱਜ ਬੱਚਿਆਂ ਦਾ ਲੀਵਰ ਜਿਹੜਾ ਹੈਗਾ ਉਹਦੀ ਊਰਜਾ ਹੀ ਨਹੀਂ ਹੈਗੀ ਲੀਵਰ ਦੇ ਵਿੱਚ। ਲੀਵਰ ਸਾਡੇ ਸਰੀਰ ਦਾ ਸੈਕਿੰਡ ਬ੍ਰੇਨ ਹੈ, ਲੇਕਿਨ ਉਸ ਲੀਵਰ ਦੇ ਕੋਲ ਆਪਣਾ ਇੱਕ ਐਨਰਜੀ, ਇੱਕ ਤਾਕਤ, ਇੱਕ ਲੰਬੀ ਉਮਰ ਲਈ ਸਰੀਰ ਨੂੰ ਡਿਜ਼ਾਈਨ ਕਰਕੇ ਰੱਖਣ ਦੀ ਐਫੀਸ਼ੀਐਂਸੀ ਨਹੀਂ ਹੈ। ਤਾਂ ਉੱਥੇ ਸਨਲਾਈਟ, ਅੱਜ ਬੱਚਿਆਂ ਦੇ ਵਿੱਚ ਭੁੱਖ ਬਹੁਤ ਘੱਟ ਹੈ। ਸਨਲਾਈਟ ਦੇ 30 ਤੋਂ 35 ਮਿੰਟ ਸਨਲਾਈਟ ਦੇ ਵਿੱਚ ਬੱਚੇ ਨੂੰ ਬਿਠਾਓ, ਠੀਕ ਹੈ, 5 ਮਿੰਟ ਕਲੈਪਿੰਗ ਕਰਵਾਓ, ਵਿਦਿਨ 7 to 10 ਡੇਜ਼ ਦੇ ਵਿੱਚ, 7 ਤੋਂ 10 ਦਿਨ ਦੇ ਵਿੱਚ ਉਹਦੀ ਭੁੱਖ ਦੇ ਵਿੱਚ ਬਦਲਾਅ ਆਏਗਾ। ਠੀਕ ਹੈ, ਉਹਦੀ ਭੁੱਖ ਅੱਛੀ ਹੋਏਗੀ। ਠੀਕ ਹੈ, ਔਰ ਕਿਉਂ ਅੱਛੀ ਹੋਏਗੀ? ਕਿਉਂਕਿ ਲੀਵਰ ਨੇ ਵਰਕ ਕਰਨਾ ਸ਼ੁਰੂ ਕਰ ਦਿੱਤਾ, ਪਲੱਸ ਡਾਈਜੈਸਟਿਵ ਸਿਸਟਮ ਬਹੁਤ ਅੱਛਾ ਐਕਟਿਵ ਰਹਿੰਦਾ ਹੈਗਾ। ਸੋ ਅੱਛਾ, ਤੀਸਰੇ ਨੰਬਰ 'ਤੇ ਆ ਗਈ ਹੱਡੀ, ਬੋਨ। ਜਿਹੜੀ ਹੱਡੀ ਦੀ ਸਟਰੈਂਥ ਬਹੁਤ ਮਜ਼ਬੂਤ ਹੁੰਦੀ ਹੈ, ਔਰ ਜਦੋਂ ਸਰੀਰ ਦੇ ਵਿੱਚ ਇੰਨੀ ਐਫੀਸ਼ੀਐਂਸੀ ਆ ਜਾਏ ਕਿ ਜੋ ਤੁਸੀਂ ਖਾਧਾ ਉਹਨੂੰ ਪੂਰਾ ਵਰਤੇ, ਤਾਂ ਤੁਹਾਡੇ ਸਾਰੇ ਅੰਗ ਹੀ ਖੁਸ਼ਹਾਲ ਹੋ ਜਾਂਦੇ ਨੇ। ਸੋ ਸੂਰਜ ਸਾਡੇ ਸਰੀਰ ਦੀ ਆਤਮਾ ਦੇ ਅੰਗਾਂ ਦੀ ਆਤਮਾ ਮੈਂ ਕਹੂੰਗਾ ਹੈ, ਕਿਉਂਕਿ ਇਹਨੂੰ ਲੈਣ ਦੇ ਨਾਲ ਸਾਡੇ ਸਰੀਰ ਦੇ ਅੰਗ ਰੀਚਾਰਜ ਹੁੰਦੇ ਨੇ ਅਤੇ ਅਗਲੇ ਦਿਨ ਨਵੇਂ ਸਿਰ ਤੋਂ ਨਵੇਂ ਦਿਨ ਨੂੰ ਨਵੇਂ ਸਿਰੇ ਤੋਂ
ਜਿਉਣ ਦੇ ਲਈ ਤਿਆਰ ਕਰਦੇ ਨੇ। ਡਾਕਟਰ ਸਾਹਿਬ ਸੂਰਜ ਦਾ ਸਨਲਾਈਟ ਦਾ ਜਿਹੜਾ ਵਿਟਾਮਿਨ ਡੀ ਦੇ ਨਾਲ ਕੀ ਸੰਬੰਧ ਹੈ? ਪਹਿਲੀ ਤਾਂ ਚੀਜ਼ ਹੈਗੀ ਜਿਹੜੀ ਸਭ ਤੋਂ ਹਾਈਲੀ ਐਬਜ਼ੌਰਬ ਹੋਣ ਵਾਲਾ ਵਿਟਾਮਿਨ ਡੀ ਆ ਉਹ ਸੂਰਜ ਤੋਂ ਮਿਲਦਾ ਹੈ। ਔਰ ਇਹ ਸੈਕਿੰਡ ਇਹਦੇ ਵਿੱਚੋਂ ਹਾਰਮੋਨਸ ਫਾਈਬਰ ਬਣਦਾ ਜਿਹੜਾ ਕਿ ਹੱਡੀ ਦੇ ਅੰਦਰ ਫਾਈਬਰ ਕ੍ਰੀਏਟ ਕਰਦਾ ਔਰ ਸਾਡੀ ਹੱਡੀ ਦੀ ਮਜ਼ਬੂਤੀ ਨੂੰ ਵਧਾਉਂਦਾ ਹੈ। ਕੈਲਸ਼ੀਅਮ ਨੂੰ ਸਟੋਰ ਕਰਕੇ ਰੱਖਣ ਲਈ ਵਿਟਾਮਿਨ ਡੀ ਦੀ ਜ਼ਰੂਰਤ ਹੈ। ਜੇ ਵਿਟਾਮਿਨ ਡੀ ਘਟ ਗਿਆ ਕੈਲਸ਼ੀਅਮ ਸਟੋਰ ਨਹੀਂ ਹੋਏਗਾ, ਉਹ ਸਟੂਲ ਰਾਹੀਂ, ਸੀਨੇ ਰਾਹੀਂ, ਯੂਰਿਨ ਰਾਹੀਂ ਫਲਸ਼ ਹੁੰਦਾ ਰਹੇਗਾ। ਅਤੇ ਕੈਲਸ਼ੀਅਮ ਸਟੋਰ ਨਹੀਂ ਹੋਏਗਾ ਤਾਂ ਹੱਡੀ ਖੋਖਲੀ ਹੋਏਗੀ, ਹੱਡੀ ਕਮਜ਼ੋਰ ਹੋਏਗੀ, ਜਲਦੀ ਸਰਵਾਈਕਲ ਹੋਏਗਾ, ਜਲਦੀ ਗੋਡੇ ਜਿਹੜੇ ਕਿ ਉਹ ਖੋਖਲੇ ਹੋ ਜਾਣਗੇ, ਹਿਪ ਰਿਪਲੇਸਮੈਂਟ ਦੀ ਨੌਬਤ ਆ ਜਾਣੀ ਹੈ, ਨੀ ਰਿਪਲੇਸਮੈਂਟ ਦੀ ਨੌਬਤ ਆ ਜਾਣੀ ਹੈ। ਤਾਂ ਬਹੁਤ ਚੈਲੰਜ ਹੁੰਦਾ। ਔਰ ਕੈਲਸ਼ੀਅਮ ਇਕੱਲਾ ਹੱਡੀ ਵਾਸਤੇ ਨਹੀਂ ਹੈ, ਬ੍ਰੇਨ ਦਾ ਸੰਤੁਲਨ ਬਣਾ ਕੇ ਰੱਖਣ ਵਾਸਤੇ ਵੀ ਕੈਲਸ਼ੀਅਮ ਦਾ ਬਹੁਤ ਵੱਡਾ ਰੋਲ ਹੈਗਾ। ਡਾਕਟਰ ਤੁਸੀਂ ਤਾਂ ਗੱਲ ਕੀਤੀ ਹੈ ਕਿ ਸੂਰਜ ਦੀ ਰੋਸ਼ਨੀ ਸਨਲਾਈਟ ਜਿਹੜੀ ਆ ਉਹ ਬੋਡੀ ਦੇ ਲਈ ਬੇਹੱਦ ਜ਼ਰੂਰੀ ਆ ਅਤੇ ਉਹਦੇ ਬਿਨਾਂ ਇਨਸਾਨ ਲਗਭਗ ਅਧੂਰਾ ਹੈਗਾ। ਪਰ ਵੇਖਣ 'ਚ ਤਾਂ ਇਹ ਆਇਆ ਕਿ ਦੁਨੀਆ ਦੇ ਬਹੁਤ ਸਾਰੇ ਦੇਸ਼ ਅਜਿਹੇ ਵੀ ਹੈਗੇ ਨੇ ਜਿੱਥੇ ਸੂਰਜ ਬਹੁਤ ਘੱਟ ਨਿਕਲਦਾ ਪਰ ਜੀਵਨ ਉੱਥੇ ਵੀ ਹੈ। ਬਟ ਉੱਥੇ ਸਕਿਨ ਦੀਆਂ ਪ੍ਰੋਬਲਮ ਵੀ ਹੈ। ਠੀਕ ਹੈ, ਲਾਸਟ ਈਅਰ ਜੇ ਮੈਨੂੰ ਮੇਰੀ ਇੱਕ ਫੈਮਿਲੀ ਨਾਲ ਗੱਲ ਹੋ ਰਹੀ ਸੀ UK ਦੇ ਵਿੱਚ, ਇੰਗਲੈਂਡ, ਤਾਂ ਉਹਨਾਂ ਨੇ ਇੱਕ ਬੜੀ ਉਹ ਕਹਿੰਦੇ ਜੀ ਇੱਥੇ ਬੱਚਿਆਂ ਦਾ ਇੰਨਾ ਬੁਰਾ ਹਾਲ ਹੈ ਕਿ ਸਕਿਨ ਨਾ ਜਿਹੜੀ ਫਟ ਜਾਂਦੀ ਆ, ਉਹ ਜਿਹੜੀ ਸਕਿਨ ਫਟਦੀ ਉਹ 'ਚ ਬਲੀਡਿੰਗ ਹੁੰਦੀ ਹੈ ਆਪਣੇ ਆਪ। ਕਹਿੰਦੇ ਉਹ ਵਾਲਾ ਮਾਹੌਲ ਦੇਖ ਕੇ ਪੇਰੈਂਟਸ ਰੋ ਰਹੇ ਹੁੰਦੇ ਨੇ, ਉਹਨਾਂ ਕੋਲ ਹੋਰ ਹੱਲ ਹੀ ਨਹੀਂ ਹੈ ਕਿਉਂਕਿ ਸਨਲਾਈਟ ਨਹੀਂ ਹੈ। ਠੀਕ ਹੈ, ਔਰ ਇਹ ਚੀਜ਼ ਅਗਰ ਆਪਣੇ ਕੋਲ ਏਸ਼ੀਆ ਦੇ ਵਿੱਚ ਹੈ, ਲੇਕਿਨ ਲੋਕ ਇੱਥੇ ਵੀ ਵਿਟਾਮਿਨ ਡੀ ਦੀਆਂ ਗੋਲੀਆਂ ਖਾ ਰਹੇ ਨੇ, ਪਾਊਡਰ ਲੈਣ ਬਹੁਤ ਕੁਝ ਲੈ ਰਹੇ ਨੇ। ਸੋ ਇਹ ਅਗਿਆਨਤਾ ਹੀ ਆ, ਇਸ ਤੋਂ ਉੱਤੇ ਹੋਰ ਕੁਝ ਨਹੀਂ ਹੈਗਾ। ਠੀਕ ਹੈ, ਅਗਰ ਕੁਦਰਤ ਨੇ ਸਾਨੂੰ ਐਡਾ ਵੱਡਾ ਸੋਰਸ ਦਿੱਤਾ, ਅਸੀਂ ਨਹੀਂ ਵਰਤ ਪਾ ਰਹੇ, ਇਹ ਅਗਿਆਨਤਾ ਹੈ, ਇਹ ਟਾਰਚਰ ਹੈ। ਔਰ ਆਈ ਥਿੰਕ ਇਹਨੂੰ ਇਹ ਲਗਾ ਲਓ ਕਿ ਉਹ ਇਨਸਾਨ 100 ਸਾਲ ਜੀਵਨ ਜਿਉਣ ਦੇ ਲਾਇਕ ਵੀ ਨਹੀਂ ਹੈ ਕਿ ਕੁਦਰਤ ਨੇ ਐਡਾ ਵੱਡਾ ਸੋਰਸ ਦਿੱਤਾ ਹੋਵੇ ਅਤੇ ਅਸੀਂ ਵਿਟਾਮਿਨ ਡੀ ਦੀਆਂ ਗੋਲੀਆਂ ਖਾ ਰਹੇ ਹੋਈਏ, ਪਾਊਚ ਲੈ ਰਹੇ ਹੋਈਏ। ਔਰ ਜਿਹੜੇ ਦੇਸ਼ਾਂ ਦੇ ਵਿੱਚ ਇਹਦੀ ਕਮੀ ਹੈ ਉੱਥੇ ਬਹੁਤ ਹੀ ਮਤਲਬ ਸਕਿਨ ਡਿਜ਼ੀਜ਼ ਬਹੁਤ ਨੇ, ਨੰਬਰ ਆਫ ਸਕਿਨ ਡਿਜ਼ੀਜ਼ ਨੇ। ਠੀਕ ਹੈ, ਔਰ ਇੰਨੇ ਭਿਆਨਕ ਰੋਗ ਨੇ ਕਿ ਜਿਨ੍ਹਾਂ ਦਾ ਸਟੀਰੋਇਡ ਤੋਂ ਇਲਾਵਾ ਹੋਰ ਕੋਈ ਉਹਨਾਂ ਕੋਲ ਹੱਲ ਹੀ ਨਹੀਂ ਹੈ। ਅਤੇ ਅਗਰ ਇੱਥੇ ਵੀ ਉਹੀ ਟੈਂਪਰੇਚਰ ਹੋ ਜਾਵੇ ਤਾਂ ਸੇਮ ਅਸੀਂ ਵੀ ਉਹਦੇ 'ਚ ਚਲੇ ਜਾਵਾਂਗੇ। ਠੀਕ ਹੈ, ਤਾਂ ਕੁਦਰਤ ਨੇ ਜੇ ਇੱਥੇ ਉਹ ਚੀਜ਼ ਨਹੀਂ ਦਿੱਤੀ ਹੋਈ ਤਾਂ ਇੱਥੋਂ ਸਾਨੂੰ ਇੰਨੀ ਸਮਝ ਲੱਗਣੀ ਚਾਹੀਦੀ ਹੈ ਕਿ ਉੱਥੋਂ ਨਾਲੋਂ ਇਹ ਚੀਜ਼ ਸਾਡੇ ਕੋਲ ਇੱਕ ਐਡਵਾਂਟੇਜ ਦੇ ਰੂਪ ਦੇ ਵਿੱਚ ਹੈਗੀ ਆ। ਸੋ ਸਨਲਾਈਟ ਜਿੱਥੇ ਨਹੀਂ ਹੈ ਉੱਥੋਂ ਦੇ ਚੈਲੰਜਸ ਬਹੁਤ ਹੀ ਜ਼ਿਆਦਾ ਨੇ, ਥੋੜ੍ਹੇ ਨਹੀਂ, ਬਹੁਤ ਹੀ ਜ਼ਿਆਦਾ ਚੈਲੰਜਸ ਨੇ ਉੱਥੇ ਸਰੀਰ ਨੂੰ ਲੈ ਕੇ। ਤਾਂ ਸਨਲਾਈਟ ਤੋਂ ਬਿਨਾਂ ਨਾ ਸਕਿਨ ਤੁਹਾਡੀ ਹੈਲਦੀ, ਸਨਲਾਈਟ ਤੋਂ ਬਿਨਾਂ ਨਾ ਤੁਹਾਡੀ ਹੱਡੀ 'ਚ ਜਾਣ, ਸਨਲਾਈਟ ਤੋਂ ਬਿਨਾਂ ਨਾ ਤੁਹਾਡੀ ਹਾਰਟ ਦੀ ਪੰਪਿੰਗ 'ਚ ਜਾਣ, ਤੁਹਾਡਾ BP ਲੈਵਲ ਜਿਹੜਾ ਕਿ ਲੋਅ ਤੇ ਲੋਅ ਹੀ ਰਹਿਣਾ ਹੈਗਾ। ਸਨਲਾਈਟ ਤੋਂ ਬਿਨਾਂ ਨਾ ਤੁਹਾਡਾ ਜਿਹੜਾ ਮੈਮਰੀ ਹੈ, ਜਿਹੜੀ ਤੁਹਾਡੀ ਬ੍ਰੇਨ ਦੀ ਨਰਿਸ਼ਮੈਂਟ ਹੈ ਉਹ ਵੀ ਨਹੀਂ ਹੋ ਪਾਉਂਦੀ। ਸਨਲਾਈਟ ਜਿਹੜੀ ਹੈਗੀ ਆ ਉਹ ਸਾਨੂੰ ਇੱਕ ਊਰਜਾ ਪ੍ਰਦਾਨ ਕਰਦੀ ਆ ਮਾਨਸਿਕ ਤੌਰ 'ਤੇ ਵੀ। ਸਨਲਾਈਟ ਸਾਨੂੰ ਅੱਛਾ ਜਿੱਥੇ ਸਨਲਾਈਟ ਨਹੀਂ ਹੈ ਜਿਹਨਾਂ ਦੇਸ਼ਾਂ ਦੇ ਵਿੱਚ ਡਿਪਰੈਸ਼ਨ ਦੇ ਪੇਸ਼ੈਂਟ ਦੇਖੋ ਕਿੰਨੇ ਉੱਥੇ, ਸਟ੍ਰੈਸ ਦੇ ਪੇਸ਼ੈਂਟ ਕਿੰਨੇ ਉੱਥੇ। ਠੀਕ ਹੈ, ਗੋਲਡਨ ਬ੍ਰਿਜ ਆ ਜਿਹੜਾ ਇੰਗਲੈਂਡ ਦੇ ਵਿੱਚ, ਠੀਕ ਹੈ, ਉਹਨੂੰ ਸੁਸਾਈਡ ਬ੍ਰਿਜ ਵੀ ਕਹਿੰਦੇ ਨੇ, ਇਕੱਲਾ ਗੋਲਡਨ ਬ੍ਰਿਜ ਨਹੀਂ ਕਹਿੰਦੇ। ਠੀਕ ਹੈ, ਉੱਥੇ ਰੈਗੂਲਰ ਐਵਰੇਜ ਆ, ਗੂਗਲ ਕਰੋ ਤੁਹਾਨੂੰ ਪਤਾ ਲੱਗੇ ਰੈਗੂਲਰ ਐਵਰੇਜ ਕਿੰਨੀ ਉੱਥੇ ਛਾਲ ਮਾਰ ਕੇ ਸੁਸਾਈਡ ਕਰਨ ਵਾਲੇ ਲੋਕਾਂ ਦੀ। ਠੀਕ ਹੈ, ਤਾਂ ਡਿਪਰੈਸ਼ਨ ਉੱਥੇ ਜ਼ਿਆਦਾ ਹੁੰਦਾ ਜਿੱਥੇ ਸਨਲਾਈਟ ਘੱਟ ਹੋਵੇ। ਕਿਉਂ? ਐਨਵਾਇਰਨਮੈਂਟ ਦੇ ਵਿੱਚ ਆਕਸੀਜਨ ਲੈਵਲ ਘੱਟ ਹੁੰਦਾ। ਠੀਕ ਹੈ, ਤਾਂ ਜਦੋਂ ਆਕਸੀਜਨ ਲੈਵਲ ਘੱਟ ਹੁੰਦਾ ਤਾਂ ਬ੍ਰੇਨ ਤੁਹਾਡਾ ਸਟਕ ਕਰਦਾ, ਤੁਹਾਡੇ ਸਰੀਰ 'ਚ ਇੰਨੀ ਊਰਜਾ ਨਹੀਂ ਹੁੰਦੀ ਕਿ ਉਹ ਨੰਬਰ ਆਫ ਜਿਹੜੀਆਂ ਸਟਰੈਸ ਜਾਂ ਕਿਸੇ ਡਿਫੀਕਲਟੀਜ਼ ਨਾਲ, ਮੁਸ਼ਕਿਲਾਂ ਨਾਲ ਲੜਨ ਦੀ ਕਪੈਸਿਟੀ ਰੱਖਦਾ ਹੋਵੇ। ਠੀਕ ਹੈ, ਲੇਕਿਨ ਇਸੇ ਕਰਕੇ ਸਭ ਤੋਂ ਜ਼ਿਆਦਾ ਹਾਈ ਇਮਿਊਨਿਟੀ ਵਾਲੇ ਲੋਕ ਏਸ਼ੀਆ ਦੇ ਲੋਕਾਂ ਨੂੰ ਮੰਨਿਆ ਗਿਆ ਹੈਗਾ ਕਿਉਂਕਿ ਇੱਥੇ ਸਨਲਾਈਟ ਹੈ। ਪਰ ਇੱਕ ਚੀਜ਼ ਸ਼ਾਇਦ ਇਸੇ ਕਰਕੇ ਜਿਹੜਾ ਹੈ ਉਹ ਫੋਰਨ ਜਿੱਥੇ ਸੂਰਜ ਦੀ ਕਮੀ ਹੁੰਦੀ ਹੈ, ਸੂਰਜ ਘੱਟ ਨਿਕਲਦਾ ਹੈਗਾ, ਉੱਥੇ ਲੋਕ ਸਨ ਬਾਥ ਲੈਂਦੇ ਨੇ, ਮਤਲਬ ਨੰਗ ਤਲੰਗੇ ਹੋ ਕੇ ਜਿਹੜੇ ਨੇ ਉਹ ਬੀਚਾਂ ਦੇ ਉੱਤੇ ਪਏ ਰਹਿੰਦੇ ਨੇ
ਤੇ ਆਪਣੇ ਇੱਥੇ ਜਦੋਂ ਆਪਾਂ ਸਨ ਬਾਥ ਦੀ ਗੱਲ ਕਰਦੇ ਹਾਂ, ਸਨਲਾਈਟ ਦੀ ਗੱਲ ਕਰਦੇ ਹਾਂ, ਤੇ ਉਹ ਤਾਂ ਪਰ ਕੱਪੜੇ ਪਾ ਕੇ ਹੀ ਬਹਿ ਜਾਂਦੇ ਨੇ ਅੱਗੇ ਸੂਰਜ 'ਤੇ, ਫਿਰ ਉਹ ਤਾਂ ਬਾਡੀ ਨੂੰ ਤਾਂ ਉਹ ਸਨਲਾਈਟ ਮਿਲਦੀ ਨਹੀਂ ਹੈਗੀ ਉਸ ਹਿਸਾਬ ਨਾਲ। ਨਹੀਂ, ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ, ਇੱਕ ਤਾਂ ਜਿਹੜੀ ਸਨਲਾਈਟ ਹੈਗੀ ਆ ਉਹ ਜਿਹਨੂੰ ਕੱਚੀ ਰੌਸ਼ਨੀ ਕਹਿੰਦੇ ਆ, ਕੱਚੀ ਧੁੱਪ ਉਹ ਲੈਣੀ ਚਾਹੀਦੀ ਹੈ, ਜਿਹੜੀ ਤਕਰੀਬਨ 6 ਵਜੇ ਅਗਰ ਸੂਰਜ ਨਿਕਲਦਾ 8 ਵਜੇ ਤੱਕ ਕੱਚੀ ਹੁੰਦੀ ਹੈ, 8 ਵਜੇ ਤੋਂ ਬਾਅਦ ਉਹ ਲੈਣ ਵਾਲੀ ਨਹੀਂ ਹੁੰਦੀ। ਦੂਸਰੀ ਚੀਜ਼ ਇਹ ਹੁੰਦੀ ਕਿ ਸਨਲਾਈਟ ਅਸੀਂ ਲੈਂਦੇ ਟਾਈਮ ਅਸੀਂ ਆਪਣੇ ਸਿਰ ਨੂੰ ਢੱਕ ਸਕਦੇ ਹਾਂ, ਫੇਸ ਨੂੰ ਵੀ ਢੱਕ ਸਕਦੇ ਹਾਂ, ਠੀਕ ਹੈ। ਬਾਕੀ ਸਾਰੀ ਬਾਡੀ ਨੂੰ ਤੁਸੀਂ ਜਾਂ ਤਾਂ ਪਤਲੇ ਸੂਤੀ ਕੱਪੜਾ ਪਤਲਾ ਪਾਇਆ ਹੋਵੇ, ਠੀਕ ਹੈ, ਜਾਂ ਤੁਸੀਂ ਇਸ ਤਰ੍ਹਾਂ ਦੇ ਮਾਹੌਲ 'ਚੋਂ ਜਿੱਥੇ ਤੁਸੀਂ ਬਹੁਤ ਘੱਟ ਕੱਪੜੇ ਪਾ ਕੇ ਬੈਠ ਸਕੋ ਤੇ ਸਨਲਾਈਟ ਨੂੰ 30 ਤੋਂ 35 ਮਿੰਟ ਇੰਜੋਏ ਕਰ ਸਕੋ। ਸਨਲਾਈਟ ਜਿਹੜਾ ਹੈ, ਤੁਸੀਂ ਅਕਸਰ ਮੈਂ ਤੁਹਾਨੂੰ ਕਈ ਵਾਰ ਜੇਕਰ ਕੁਝ ਮਰੀਜ਼ਾਂ ਨੂੰ ਦੇਖਦਿਆਂ ਵੀ ਦੇਖਿਆ ਤਾਂ ਤੁਸੀਂ ਹਰ ਮਰੀਜ਼ ਨੂੰ ਤਕਰੀਬਨ ਇਹ ਜ਼ਰੂਰ ਕਹਿੰਦੇ ਹੋ ਕਿ ਸਨਲਾਈਟ 35 ਮਿੰਟ ਸਨਲਾਈਟ ਲੈਣੀ ਹੈ ਤੇ ਕਲੈਪਿੰਗ ਕਰਨੀ ਹੈ 5 ਤੋਂ 7 ਮਿੰਟ। ਕੀ ਇਹ ਇਲਾਜ ਦੇ ਵਿੱਚ ਵੀ ਸਹਾਈ ਹੁੰਦਾ? ਇਹ ਬਹੁਤ ਜ਼ਿਆਦਾ ਸਹਾਈ ਹੁੰਦਾ। ਜਿਵੇਂ ਕਿ ਆਪਾਂ ਹੁਣੇ ਗੱਲ ਕਰਕੇ ਹਟੇ ਆ ਕਿ ਜੋ ਆਪਾਂ ਰੈਮਡੀਜ਼ ਦਿੰਦੇ ਆ, ਉਹਨਾਂ ਰੈਮਡੀਜ਼ ਦੀ ਅਸਿਮੀਲੇਸ਼ਨ ਵੱਧ ਜਾਂਦੀ ਹੈ, ਮਤਲਬ ਸਰੀਰ ਉਹਨੂੰ ਜ਼ਿਆਦਾ ਯੂਜ਼ ਕਰਦਾ ਹੈ, ਵੇਸਟੇਜ ਘੱਟ ਜਾਂਦੀ ਹੈ। ਤਾਂ ਜਿਹੜੇ ਪੇਸ਼ੈਂਟ ਨੇ ਸਾਡੇ ਕੋਲੋਂ 9 ਮਹੀਨੇ 'ਚ ਠੀਕ ਹੋਣਾ, ਉਸੇ ਪੇਸ਼ੈਂਟ ਨੇ 4 ਮਹੀਨੇ ਠੀਕ ਹੋ ਜਾਣਾ, ਤਾਂ ਹੀ ਰਿਜ਼ਲਟ ਜ਼ਿਆਦਾ ਮਿਲ ਰਹੇ ਨੇ। ਯੈਸ, ਅਸੀਂ ਬਾਡੀ ਨੂੰ ਕੋਈ ਸੈਮੀ ਨੈਚੁਰਲ ਨਹੀਂ ਕਰ ਰਹੇ ਨਾ, ਅਸੀਂ 100% ਨੈਚੁਰਲੀ ਸਿਧਾਂਤ 'ਚ ਕੰਮ ਕਰ ਰਹੇ, ਪ੍ਰਿੰਸੀਪਲ 'ਚ ਕੰਮ ਕਰ ਰਹੇ। ਸਾਡਾ ਮਕਸਦ ਕੱਲਾ ਰੈਮਡੀਜ਼ ਇਹ ਚੀਜ਼ਾਂ ਦੇਣਾ ਨਹੀਂ ਹੈਗਾ। ਤੁਹਾਨੂੰ ਦੱਸਿਆ ਕਿ ਸਾਡਾ ਪਹਿਲਾ ਮਕਸਦ ਹੀ ਐਜੂਕੇਸ਼ਨ ਹੈ। ਤਾਂ ਅਸੀਂ ਪੇਸ਼ੈਂਟ ਨੂੰ ਪਹਿਲੇ ਦਿਨ ਸਮਝਾਉਂਦੇ ਹਾਂ ਕਿ ਜੇ ਤੂੰ ਵਾਕਈ ਠੀਕ ਹੋਣਾ ਹੈ ਤੇ 80% ਜ਼ਿੰਮੇਵਾਰੀ ਤੇਰੀ ਹੈ, ਤੂੰ 80% ਜ਼ਿੰਮੇਵਾਰੀ 100% ਇਮਾਨਦਾਰੀ ਨਾਲ ਨਿਭਾ ਲਾ, ਅਸੀਂ 20% ਨੂੰ ਨਿਭਾ ਲਾਂਗੇ, ਠੀਕ ਹੈ। ਰਿਜ਼ਲਟ ਹਰ ਤਰ੍ਹਾਂ ਦੇ ਰੋਗ ਦੇ ਉੱਤੇ ਬਾਡੀ ਲੈਣ ਲਈ ਤਿਆਰ ਹੋ ਜਾਏਗੀ। ਮਸਲਾ ਹੀ ਇਹ ਹੈਗਾ, ਪੇਸ਼ੈਂਟ ਜ਼ਿੰਮੇਵਾਰੀ ਤੋਂ ਭੱਜਿਆ ਹੋਇਆ ਹੈ, ਉਹ ਤਾਂ ਹੀ ਪੇਸ਼ੈਂਟ ਹੈ। ਜਿਸ ਦਿਨ ਜ਼ਿੰਮੇਵਾਰੀ ਲੈ ਲਈ ਉਹਦਾ ਰੋਗ 50% ਉਸ ਦਿਨ ਹੀ ਘਟ ਜਾਂਦਾ ਹੈ। ਕਿਉਂ? ਜ਼ਿੰਮੇਵਾਰੀ ਦਾ ਮਤਲਬ ਕੀ ਹੈ? ਇੱਛਾ ਸ਼ਕਤੀ। ਜ਼ਿੰਮੇਵਾਰੀ ਤਾਂ ਹੀ ਲਓ ਨਾ ਜੀ ਇੱਛਾ ਸ਼ਕਤੀ ਹੋਏਗੀ ਕਿ ਮੈਂ ਠੀਕ ਹੋਣਾ ਹੈ। ਤੇ ਜੇ ਇੱਛਾ ਸ਼ਕਤੀ ਨਹੀਂ ਹੈਗੀ, ਜ਼ਿੰਮੇਵਾਰੀ ਨਹੀਂ ਲੈਣੀ, ਫਿਰ ਤਾਂ ਜੀ ਗੋਲੀਆਂ ਨਸ਼ੇ 'ਚ ਅਸੀਂ, ਫਿਰ ਤਾਂ ਦਵਾਈਆਂ ਦੇ ਨਸ਼ੇ 'ਚ। ਅਤੇ ਅੱਛਾ, ਜਦੋਂ ਅਸੀਂ ਮੈਡੀਸਨ ਲੈਂਦੇ ਹਾਂ, ਬਾਡੀ ਦੀ ਆਪਣੀ ਊਰਜਾ ਤਾਂ ਕਿਤੇ ਯੂਜ਼ ਹੀ ਨਹੀਂ ਹੁੰਦੀ, ਬਾਡੀ ਤਾਂ ਨਸ਼ੇ 'ਚ ਹੀ ਘੁੰਮ ਰਹੀ ਹੈ, ਠੀਕ ਹੈ। ਅਸੀਂ ਅਕਸਰ ਕ੍ਰੋਨਿਕਲ ਪੇਸ਼ੈਂਟ ਨੂੰ ਕਹਿੰਦੇ ਡਾਕਟਰ ਸਾਹਿਬ ਮੇਰੀ ਨਾਲ ਟੈਬਲੇਟ ਚੱਲ ਰਹੀ ਹੈ, ਸ਼ੂਗਰ ਦੀ ਗੋਲੀ ਚੱਲ ਰਹੀ ਹੈ, BP ਦੀ ਗੋਲੀ ਚੱਲ ਰਹੀ ਹੈ, ਥਾਇਰਾਇਡ, ਤਾਂ ਅਸੀਂ ਉਹਨੂੰ ਅਕਸਰ ਐਡਵਾਈਜ਼ ਕਰਦੇ ਹਾਂ ਕਿ ਉਹਨੂੰ ਆਪਾਂ ਇੱਕਦਮ ਬੰਦ ਨਹੀਂ ਕਰਨਾ, ਹੌਲੀ ਹੌਲੀ ਪਹਿਲਾਂ ਉਹਦੀ ਰੇਸ਼ੋ ਘਟਾਵਾਂਗੇ, ਫਿਰ ਬਾਡੀ ਦਾ ਰਿਐਕਟ ਚੈੱਕ ਕਰਾਂਗੇ ਕਿ ਰਿਐਕਟ ਕਰ ਰਹੀ ਹੈ ਜਾਂ ਰਿਸਪੌਂਡ ਕਰ ਰਹੀ ਹੈ, ਤਾਂ ਉਸ ਤੋਂ ਬਾਅਦ ਜ਼ਰੂਰਤ ਪਈ ਤਾਂ ਉਹਦੀ ਰੇਸ਼ੋ ਨੂੰ ਹੋਰ ਘਟਾ ਕੇ ਉਹਨੂੰ ਬੰਦ ਵੀ ਕਰਨ ਤੱਕ ਵੀ ਪਹੁੰਚ ਸਕਦੇ ਆਪਾਂ। ਅਗਰ ਰਿਐਕਟ ਕਰ ਰਹੀ ਤਾਂ ਵਾਪਸ ਫਿਰ ਇੱਕ ਵਾਰੀ ਦੇਣੀ ਪਏਗੀ। ਤਾਂ ਇਸ ਤਰੀਕੇ ਨੂੰ ਅਸੀਂ ਇਸ ਕਰਕੇ ਦਿੰਦੇ ਹੈਗੇ ਕਿ ਬਾਡੀ ਨਸ਼ੇ 'ਤੇ ਲੱਗੀ ਹੋਈ ਹੈ, ਉਹਨੂੰ ਇੱਕਦਮ ਅਗਰ ਗੋਲੀਆਂ ਨੂੰ ਬੰਦ ਕਰਵਾ ਦਿੰਦੇ ਆ ਤਾਂ ਰਿਐਕਸ਼ਨ ਆ ਜਾਏਗਾ ਬਾਡੀ ਦੇ ਉੱਪਰ ਉਸੇ ਟਾਈਮ ਹੀ, ਨੈਕਸਟ ਡੇ, ਤਾਂ ਪੇਸ਼ੈਂਟ ਨੂੰ ਮੁਸੀਬਤ ਆ ਸਕਦੀ ਹੁੰਦੀ ਹੈ। ਤਾਂ ਅੱਛਾ, ਜਦੋਂ ਅਸੀਂ ਗੈਪ ਬਣਾਵਾਂਗੇ ਤਾਂ ਬਾਡੀ ਦੀ ਆਪਦੀ ਊਰਜਾ ਵੀ ਤਾਂ ਉੱਪਰ ਆ ਕੇ ਕੰਮ ਕਰਨ ਦੀ ਕੋਸ਼ਿਸ਼ ਕਰੇਗੀ ਨਾ। ਅੱਜ ਦਾ ਗੈਪ ਦਿੱਤਾ ਹੀ ਨਹੀਂ, 15 ਸਾਲ ਤੋਂ ਜੇ ਗੋਲੀ ਖਾ ਰਹੇ ਤੇ ਖਾ ਹੀ ਰਹੇ ਹਾਂ। ਅਸੀਂ ਪੇਸ਼ੈਂਟ ਨੂੰ ਪੁੱਛਦੇ ਕਦੀ ਗੈਪ, ਕਹਿੰਦੇ ਗੈਪ ਤਾਂ ਨਹੀਂ ਦਿੱਤਾ, ਠੀਕ ਹੈ। ਅਗਰ ਉਹਦੇ 'ਚ ਅਸੀਂ ਰੈਂਡਮਲੀ ਕਰਦੇ ਕੋਈ 1 ਮਹੀਨਾ 2 ਮਹੀਨਾ, ਤਾਂ ਬਾਡੀ ਦੀ ਆਪਣੀ ਊਰਜਾ ਉੱਪਰ ਆਉਂਦੀ, ਸਾਨੂੰ ਪਤਾ ਲੱਗਦਾ ਕਿ ਹੁਣ ਮੈਨੂੰ ਗੋਲੀ ਦੀ ਇੰਨੀ ਜ਼ਰੂਰਤ ਨਹੀਂ ਸੀ। ਲੇਕਿਨ 15 ਸਾਲ ਜੇ ਚੱਲੀ ਜਾ ਰਿਹਾ, ਉਹ ਦਿਸ ਇਜ਼ ਦਾ ਰੀਜ਼ਨ ਕਿ ਬਾਡੀ ਨਸ਼ੇ 'ਚ ਹੁੰਦੀ ਹੈ, ਠੀਕ ਹੈ। ਅੱਛਾ, ਜਦੋਂ ਉੱਥੇ ਫਿਰ ਅਸੀਂ ਉਹਨੂੰ ਸਨਲਾਈਟ ਦਿੰਦੇ ਹਾਂ, ਕਿਉਂਕਿ ਜਿੰਨੇ ਇੰਨੇ ਸਾਲ ਇਹ ਇਸ ਤਰ੍ਹਾਂ ਦੀਆਂ ਟੈਬਲੇਟਸ ਲਈਆਂ ਹੋਈਆਂ ਨੇ, ਐਲੋਪੈਥਿਕ ਟੈਬਲੇਟਸ ਲਈਆਂ ਹੋਈਆਂ, ਤਾਂ ਉਹਦਾ ਨਰਵਸ ਸਿਸਟਮ ਦੀਆਂ ਧੱਜੀਆਂ ਉੱਡੀਆਂ ਹੁੰਦੀਆਂ ਨੇ, ਉਹਦੇ ਕੋਲ ਨਹੀਂ ਹੁੰਦਾ ਨਰਵਸ ਸਿਸਟਮ ਬਿਲਕੁਲ ਵੀ, ਸਿਰਫ ਉਹ ਅੱਧ ਮੋਇਆ ਬਾਡੀ ਲੈ ਕੇ ਘੁੰਮ ਰਿਹਾ ਹੁੰਦਾ। ਤਾਂ ਉੱਥੇ ਫਿਰ ਸਨਲਾਈਟ ਉਹਨੂੰ 35 ਮਿੰਟ ਰਿਕਮੈਂਡ ਕੀਤੀ ਜਾਂਦੀ ਹੈ, ਨਾਲ ਕਲੈਪਿੰਗ 5 ਮਿੰਟ, ਤਾਂ ਜੋ ਉਹਦੇ ਨਰਵਸ ਸਿਸਟਮ ਨੂੰ ਰਿਐਕਟਿਵ ਕੀਤਾ ਜਾਵੇ। ਜਿੰਨਾ ਟਾਈਮ ਨਰਵਸ ਸਿਸਟਮ ਨਹੀਂ ਐਕਟਿਵ ਹੁੰਦਾ, ਰੈਮਡੀਜ਼ ਵੀ ਆਪਣਾ ਪੂਰਾ ਅਸਰ ਨਹੀਂ ਦਿਖਾ ਪਾਉਂਦੀਆਂ ਨਾ, ਠੀਕ ਹੈ। ਤਾਂ ਉਹ ਇਸ ਕਰਕੇ ਸਨਲਾਈਟ ਨੂੰ ਉਹ ਐਜ਼ ਏ ਰੈਮਡੀਜ਼ ਨੇਚਰ ਦੇ ਦੁਆਰਾ ਦਿੱਤੀ ਹੋਈ ਨੈਚੁਰਲੀ ਜਿਹੜੀ ਮੈਡੀਸਨ ਹੈ ਉਹਦੇ ਰੂਪ 'ਚ ਅਸੀਂ ਰਿਕਮੈਂਡ ਕਰਦੇ ਹਾਂ। ਔਰ ਇਹਦਾ ਸਾਨੂੰ ਬਹੁਤ ਖੁਸ਼ੀ ਵੀ ਹੈ ਕਿ ਜਿੰਨੇ ਵੀ ਸਾਡੇ ਕੋਲ ਪੇਸ਼ੈਂਟ ਆਏ ਨੇ ਉਹ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੇ ਬੜੀ ਭਾਵਨਾ ਨਾਲ ਇਸ ਚੀਜ਼ ਨੂੰ ਲਿਆ ਔਰ ਯੂਜ਼ ਕੀਤਾ, ਔਰ ਰਿਜ਼ਲਟ ਤੁਹਾਡੇ ਸਾਹਮਣੇ ਨੇ, ਠੀਕ ਹੈ। ਜੋ ਫੀਡਬੈਕ ਆ ਰਹੇ ਨੇ, ਸਰ ਦੇਖੋ ਬੰਦਾ ਜਦੋਂ ਪਹਿਲੀ ਵਾਰੀ ਹੋ ਸਕਦਾ ਕਿ ਵੀਡੀਓ ਦੇਖ ਕੇ ਉਹ ਫਸ ਜਾਵੇ, ਠੀਕ ਹੈ, ਵੀ ਦੇਖ ਕੇ ਆਉਂਦੇ, ਤੀਸਰੀ ਚੌਥੀ ਵਾਰੀ ਨਹੀਂ ਫਸਦਾ ਉਹ। ਜੇ ਕੋਈ ਚੌਥੀ ਵਾਰੀ ਵੀ ਰਿਪੀਟ ਆ ਰਿਹਾ ਹੈ, ਨਾਲ ਆਪਣੇ 4 ਪੇਸ਼ੈਂਟ ਵੀ ਲੈ ਕੇ ਆ ਰਿਹਾ, ਤਾਂ ਉਹਨੂੰ ਤੁਸੀਂ ਫਸਿਆ ਨਹੀਂ ਕਹਿ ਸਕਦੇ, ਉਹਨੂੰ ਤੁਸੀਂ ਸੈਟਿਸਫੈਕਸ਼ਨ ਕਹੋਗੇ,
ਉੱਥੇ ਉਹਦੀ ਪੂਰਤੀ ਹੋਈ ਹੈ, ਉੱਥੇ ਉਹਦੇ ਰੋਗ ਠੀਕ ਹੋਏ ਨੇ, ਤਾਂ ਆਇਆ ਲੈ ਕੇ ਗੈਟਿੰਗ। ਸੋ ਇਹ ਚੀਜ਼ਾਂ ਤਾਂ ਹੋ ਪਾ ਰਹੀਆਂ ਨੇ ਕਿ ਅਸੀਂ 100% ਨੇਚਰ ਦੀ ਫਿਲਾਸਫੀ ਨੂੰ ਅਡਾਪਟ ਕਰਕੇ ਉਹਨੂੰ ਫੋਲੋ ਕਰ ਰਹੇ ਹਾਂ ਔਰ ਉਹੀ ਅੱਗੇ ਦੇ ਰਹੇ ਹਾਂ, ਵੰਡ ਰਹੇ ਹਾਂ, ਠੀਕ ਆ। ਔਰ ਕੁਦਰਤੀ ਸਾਇੰਸ ਅਤੇ ਕੁਦਰਤੀ ਨਿਯਮ 'ਚ ਬਣੇ ਹੋਏ ਇਸ ਕੁਦਰਤੀ ਸਰੀਰਕ ਸਿਸਟਮ ਨੂੰ ਅਸੀਂ ਉਹਦੇ ਨਾਲ ਹੀ ਵਾਪਸ ਜੋੜ ਰਹੇ ਹਾਂ ਜਿੱਥੋਂ ਟੁੱਟਿਆ ਹੋਇਆ ਸੀ। ਤਾਂ ਕਰ ਤਾਂ ਕੁਦਰਤ ਆਪ ਹੀ ਰਹੀ ਸਭ ਕੁਛ, ਅਸੀਂ ਸਿਰਫ ਇੱਕ ਮਾਧਿਅਮ ਬਣੇ ਅਤੇ ਸਰੀਰ ਨੂੰ ਉਹਦਾ ਖੋਇਆ ਹੋਇਆ ਹਿੱਸਾ, ਉਹਦਾ ਟੁੱਟਿਆ ਹੋਇਆ ਹਿੱਸਾ ਵਾਪਸ ਦੇਣ ਦੀ ਕੋਸ਼ਿਸ਼ ਕੀਤੀ ਅਸੀਂ। ਜਿਵੇਂ ਸਰੀਰ ਨੂੰ ਮਿਲਿਆ, ਸਰੀਰ ਬਾਗੋ ਬਾਗ ਹੋਇਆ ਸਰੀਰ ਦੇ ਅੰਗ ਉਹਦੇ ਵਿੱਚ। ਜਿਵੇਂ ਮੱਡ ਥੈਰੇਪੀ ਅਸੀਂ ਦਿੱਤੀ ਹੈ, ਮੱਡ ਥੈਰੇਪੀ ਕੀ ਸੀ? ਅੱਜ ਅਸੀਂ ਮਿੱਟੀ ਨਾਲ ਅਟੈਚ ਹੀ ਨਹੀਂ ਹੈਗੇ। ਜਿਵੇਂ ਮੱਡ ਥੈਰੇਪੀ ਦਿੰਦੇ ਹਾਂ, ਬੋਡੀ ਇੰਨੀ ਰਿਲੈਕਸ ਹੁੰਦੀ ਪੇਸ਼ੈਂਟ ਦੀ, ਉਹ ਕਹਿੰਦਾ ਡਾਕਟਰ ਸਾਹਿਬ ਮਜ਼ਾ ਆ ਗਿਆ, ਠੀਕ ਹੈ। 30-40 ਮਿੰਟ ਬੋਡੀ ਦੇ ਅੰਦਰ ਜਿਹੜੀ ਫੀਲਿੰਗ ਆਉਂਦੀ ਹੈ ਉਹ ਇੰਨੀ ਖੁਸ਼ਹਾਲ ਫੀਲਿੰਗ ਹੁੰਦੀ ਹੈ। ਅਗਰ ਕਿਸੇ ਦੇ ਮੱਥੇ ਦੇ ਉੱਪਰ ਲਗਾਉਂਦੇ ਹਾਂ, ਉਹ 40 ਮਿੰਟ ਦੀ ਜਿਹੜੀ ਨੀਂਦ ਦਾ ਝੂਟਾ ਲੈਂਦਾ ਹੈ, ਉਹ ਕਹਿੰਦੇ ਸਵਰਗ ਦਾ ਝੂਟਾ ਤਾਂ ਕਦੀ ਆਇਆ ਹੀ ਨਹੀਂ। ਇਹਦੇ ਲਈ ਤਾਂ ਲੋਕ ਗੋਲੀਆਂ ਖਾਂਦੇ ਫਿਰਦੇ ਨੇ ਕਿ ਨੀਂਦ ਆ ਜਾਵੇ ਇੱਕ ਪਲ ਦੀ। ਸੋ ਇਹ ਕੀ ਹੈ? ਅਸੀਂ ਵਾਪਸ ਉਸ ਸਰੀਰ ਦੇ ਟੁੱਟੇ ਹੋਏ ਹਿੱਸੇ ਨੂੰ ਕੁਦਰਤ ਨਾਲ ਜੋੜਦੇ ਹਾਂ, ਠੀਕ ਹੈ। ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ, ਉਹ ਆਹੀ ਚੀਜ਼ ਹੈ। ਕੁਦਰਤ ਨਾਲ ਟੁੱਟਣਾ ਪਰਮੇਸ਼ਰ ਤੋਂ ਭੁੱਲਣਾ ਹੀ ਹੁੰਦਾ ਹੈ ਨਾ, ਠੀਕ ਹੈ। ਜੇ ਅਸੀਂ 4 ਦਰਖਤ ਕੱਟੇ ਹੈ ਅਤੇ ਉੱਥੇ ਅੱਛੀ ਆਲੀਸ਼ਾਨ ਬਿਲਡਿੰਗ ਬਣਾਈ ਹੈ, ਅਤੇ ਉਹ ਕੁਦਰਤ ਨਾਲ ਟੁੱਟ ਗਏ ਨਾ। ਅਸੀਂ ਦਿਮਾਗ 'ਚ ਇੱਕ ਵਾਰੀ ਵੀ ਚੀਜ਼ ਨਹੀਂ ਲਿਆਂਦੀ ਕਿ 80 ਲੱਖ ਦੀ ਕੋਠੀ ਖੜੀ ਕਰ ਰਹੇ ਹਾਂ, 8 ਦਰਖਤ ਹੀ ਲਗਾ ਲਾਂ, ਠੀਕ ਹੈ। ਤਾਂ ਆਰਟੀਫਿਸ਼ੀਅਲ ਬਥੇਰਾ ਕੁਛ ਅਸੀਂ ਉੱਥੇ ਗਮਲਿਆਂ ਦੇ ਵਿੱਚ ਲਗਾਇਆ ਹੁੰਦਾ। ਸੋ ਇਹੀ ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ, ਆਹੀ ਚੀਜ਼ ਆਓ। ਤਾਂ ਅੱਜ ਸਾਰੇ ਦੇ ਸਾਰੇ ਰੋਗ ਬੋਡੀ। ਅੱਛਾ, ਫਿਰ ਉਹ ਕੁਦਰਤ ਸਜ਼ਾ ਵੀ ਦਿੰਦੀ ਪਈ ਹੈ, ਠੀਕ ਹੈ। ਤਾਂ ਹਾਂ, ਉਹ ਸਜ਼ਾ ਜੇ ਉਹ ਨਾ ਦੇਵੇ ਤਾਂ ਆਈ ਥਿੰਕ ਸਾਨੂੰ ਇਹਨਾਂ ਚੀਜ਼ਾਂ ਦੀ ਸਮਝ ਵੀ ਨਾ ਆਵੇ, ਤਾਂ ਸਾਨੂੰ ਸਿਖਾਉਣ ਵਾਸਤੇ ਉਹ ਸਾਰਾ ਸਭ ਕੁਛ ਕਰਦੀ ਹੈ। ਇਹਨੂੰ ਅਸੀਂ ਕੁਦਰਤ ਦੇ ਇੱਕ ਅੱਛੇ ਮੈਸੇਜ ਦੇ ਰੂਪ 'ਚ ਲਈਏ ਔਰ ਵਾਪਸ ਆਪਣੇ ਬੱਚਿਆਂ ਨੂੰ, ਆਪਣੇ ਆਪ ਨੂੰ ਇੱਕ ਰੂਟੀਨ ਬਣਾਈਏ। ਸੁਬਾਹ ਉੱਠ ਕੇ 35 ਮਿੰਟ ਸੂਰਜ ਅੱਗੇ ਬੈਠਣਾ ਹੈ। ਆਈ ਥਿੰਕ ਇਹ ਸਭ ਤੋਂ ਲੇਜ਼ੀ ਇਨਸਾਨ ਵੀ ਕਰ ਸਕਦਾ ਹੈ, ਕਿਉਂਕਿ ਅਸੀਂ ਇਹ ਤਾਂ ਕਹਿ ਨਹੀਂ ਰਹੇ ਕਿ ਐਕਸਰਸਾਈਜ਼ ਕਰੋ, ਯੋਗਾ ਕਰੋ। ਉਹ ਜੋ ਕਰਨਾ, ਜੇ ਕੋਈ ਕਰਨਾ ਚਾਹੁੰਦਾ ਹੈ ਤਾਂ ਉਹਦਾ ਐਡਵਾਂਟੇਜ ਆ, ਉਹ ਚੀਜ਼ ਕਰੇਗਾ ਤਾਂ ਉਹਨੂੰ ਫਾਇਦਾ ਵੀ ਮਿਲੇਗਾ। ਬਟ ਅਸੀਂ ਮਿਨੀਮਮ ਰੇਸ਼ੋ ਤੋਂ ਐਡਵਾਈਸ ਕਰਦੇ ਹਾਂ ਹਮੇਸ਼ਾ ਹੀ, ਵੀ ਸੁਣਨ ਵਾਲੇ ਨੂੰ ਵਿੱਚ ਬਰਡਨ ਨਾ ਲੱਗੇ ਵੀ ਹਾਏ ਡਾਕਟਰ ਸਾਹਿਬ ਨੇ ਇੰਨਾ ਕੁਝ ਦੱਸਤਾ, ਇਹ ਚੀਜ਼ਾਂ ਤਾਂ ਮੈਂ ਕਦੀ ਕਰ ਨਹੀਂ ਸਕਦਾ। ਅਸੀਂ ਸਿੱਧਾ ਇਹ ਕਹਿੰਦੇ ਕਿ ਤੂੰ ਸਨਲਾਈਟ ਅੱਗੇ ਬੈਠ ਜਾ, ਠੀਕ ਹੈ ਜੀ। ਹਾਂ, ਸਨਲਾਈਟ ਅੱਗੇ ਬੈਠ, 5 ਮਿੰਟ ਕਲੈਪਿੰਗ ਕਰ, 5 ਮਿੰਟ ਲੰਬੇ ਲੰਬੇ ਸਾਹ ਲੈ, ਬਸ 35 ਮਿੰਟ ਗੁਜ਼ਾਰ ਰੋਜ਼। ਉਹ ਜਦੋਂ 3 ਹਫ਼ਤੇ ਕੱਢਦਾ ਨਾ 21 ਦਿਨ, ਤਾਂ ਉਹਦੀ ਜਿਹੜੀ ਊਰਜਾ ਹੈ, ਉਹਦੀ ਭੁੱਖ ਹੈ ਸਰੀਰ ਦੀ, ਉਹਦੀ ਫੂਡ ਲੈਣ ਦੀ ਭੁੱਖ ਹੈ, ਉਹਦਾ ਡਾਈਜੈਸਟਿਵ ਸਿਸਟਮ ਆ, ਉਹਨੇ ਇੱਕ ਅੱਛੇ ਲੈਵਲ 'ਤੇ ਕੰਮ ਕਰਦਾ। ਆਪਣੇ ਆਪ ਆ ਕੇ ਕਹਿੰਦਾ ਡਾਕਟਰ ਸਾਹਿਬ ਥੈਂਕਸ। ਸੋ ਇਹ ਚੀਜ਼ਾਂ ਨੇ। ਸੋ ਅਲਟੀਮੇਟ ਸਾਨੂੰ ਉਹਦੇ ਨਾਲ ਜੁੜਨਾ ਹੀ ਪਏਗਾ, ਕੁਦਰਤ ਨਾਲ। ਡਾਕਟਰ ਸਾਹਿਬ, ਤੁਸੀਂ ਸਨਲਾਈਟ ਦੀ ਗੱਲ ਕੀਤੀ ਹੈ। ਸਨਲਾਈਟ ਤਾਂ ਉਹ ਵੀ ਲੈਂਦੇ ਨੇ ਜਿਹੜੇ ਦਿਹਾੜੀ ਸਾਰਾ ਦਿਨ ਜਿਹੜਾ ਦਿਹਾੜੀ ਮਜ਼ਦੂਰੀ ਕਰਦੇ ਨੇ, ਉੱਤੋਂ ਸਿਰ 'ਚ ਵੀ ਅੱਗ ਪੈ ਰਹੀ ਹੁੰਦੀ ਹੈ, ਪੈਰਾਂ 'ਚ ਵੀ ਅੱਗ ਨਿਕਲ ਰਹੀ ਹੁੰਦੀ ਹੈ। ਸਨਲਾਈਟ ਉਹ ਵੀ ਹੁੰਦੀ ਹੈ। ਅਤੇ ਆਪਾਂ ਸਨਲਾਈਟ ਦੀ ਇਹ ਵੀ ਗੱਲ ਕੀਤੀ ਹੈ ਵੀ ਸਵੇਰੇ ਹੈ ਜਿਹੜੀ ਦਿਨ ਦੇ ਵਿੱਚ ਹੁੰਦੀ ਹੈ, ਉਹ ਕਿਹਾ ਜਾਂਦਾ ਵੀ ਅਲਟਰਾਵਾਇਲਟ ਰੇਜ਼ ਨਿਕਲਦੀਆਂ ਨੇ ਉਹਦੇ ਵਿੱਚੋਂ, ਅਤੇ ਉਹ ਬੋਡੀ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ। ਥੋੜ੍ਹਾ ਜਿਹਾ ਦਿਨ ਦੀਆਂ ਜਿਹੜੀਆਂ ਸੂਰਜ ਜਿਹੜਾ ਆਪਾਂ ਲਾਈਟ ਲੈਂਦੇ ਹਾਂ, ਸਨਲਾਈਟ ਲੈਂਦੇ ਹਾਂ, ਉਹਦੇ 'ਚ ਅਤੇ ਇਹਦੇ 'ਚ ਥੋੜ੍ਹਾ ਜਿਹਾ ਫਰਕ ਦਾ। ਇਹਨੂੰ ਬੜਾ ਸਿੰਪਲ ਦੱਸੂਗਾ। ਜਿਹੜੀ ਸੁਬਾਹ ਵਾਲੀ ਲਾਈਟ ਹੁੰਦੀ ਹੈ ਉਹਨੂੰ ਕੱਚੀ ਧੁੱਪ ਕਹਿੰਦੇ, ਕੱਚੀ। ਉਸ ਤੋਂ ਬਾਅਦ ਹੀ ਪੱਕੀ ਧੁੱਪ। ਪੱਕੀ ਧੁੱਪ ਜਿਹੜੀ ਚਮੜੀ ਨੂੰ ਖਰਾਬ ਕਰ ਦਿੰਦੀ ਹੈ, ਠੀਕ ਹੈ। ਦੂਸਰੀ ਵੱਡੀ ਗੱਲ ਕੀ ਹੁੰਦੀ ਹੈ ਕਿ ਸਰ ਜਦੋਂ ਆਪਾਂ ਸਨਲਾਈਟ ਨੂੰ ਇੱਕ ਐਜ਼ ਏ ਮੈਡੀਸਨ ਦੀ ਤਰ੍ਹਾਂ ਬੈਠਦੇ ਹਾਂ ਨਾ, ਤਾਂ ਅਸੀਂ ਮਾਈਂਡ ਤੋਂ ਪ੍ਰਵੇਅਰ ਹੋ ਕੇ ਬੈਠਦੇ ਹਾਂ ਕਿ ਮੈਂ ਸੂਰਜ ਤੋਂ ਕੁਛ ਲੈਣ ਆਇਆ, ਠੀਕ ਹੈ। ਉਹ ਜਿਹੜਾ ਦਿਹਾੜੀ ਕਰ ਰਿਹਾ, ਮਜ਼ਦੂਰੀ ਕਰ ਰਿਹਾ, ਉਹਦੀ ਫੀਲਿੰਗਸ ਹੋਰ ਨਹੀਂ। ਉਹ ਰੋਟੀ ਲਈ ਗਿਆ ਹੋਇਆ, ਉਹ ਇੱਕ ਮਜਬੂਰੀ ਲਈ ਗਿਆ ਹੋਇਆ। ਔਰ ਜਿਸ ਟਾਈਮ 'ਤੇ ਉਹ ਦਿਹਾੜੀ ਕਰਦਾ ਉਸ ਟਾਈਮ 'ਤੇ ਵੈਸੇ ਸਨਲਾਈਟ ਬਾਡੀ ਦੇ ਲਈ ਫਰੈਂਡਲੀ ਨਹੀਂ ਹੁੰਦੀਆਂ, ਠੀਕ ਆ। ਉਹ ਕਈ ਤਰ੍ਹਾਂ ਦੇ ਸਰੀਰਕ ਰੋਗ ਪੈਦਾ ਕਰ ਸਕਦੀਆਂ। ਇਸੇ ਕਰਕੇ ਤਾਂ ਜਿਹੜੀ ਸੁਬਾਹ ਜਦੋਂ ਸਨ ਰਾਈਜ਼ਿੰਗ ਹੁੰਦੀ ਜਾਂ ਸਨ ਸੈੱਟ ਹੁੰਦਾ, ਸੂਰਜ ਛਿਪਦਾ ਜਾਂ ਸੂਰਜ ਚੜ੍ਹਦਾ, ਉਸ ਟਾਈਮ 'ਤੇ ਤੁਸੀਂ ਬੈਠੋ ਅੱਗੇ, ਅਲਟੀਮੇਟ ਫੀਲਿੰਗ ਆਏਗੀ, ਇਮੋਸ਼ਨਲੀ ਸਟਰੋਂਗ ਹੋਵੋਗੇ ਤੁਸੀਂ। ਇਹ ਚੀਜ਼ ਵਿਟਾਮਿਨ ਸੀ, ਵਿਟਾਮਿਨ ਡੀ ਜਿਹੜਾ ਉਹ 35 ਮਿੰਟ ਸੂਰਜ ਲੈਣ ਦੇ ਨਾਲ ਜਿਹੜਾ ਉਹ ਪੂਰਾ ਹੋ ਜਾਂਦਾ ਇੱਕ ਦਿਨ ਦਾ। ਬਿਲਕੁਲ। ਵਿਟਾਮਿਨ ਡੀ ਦੀ ਜੇ ਤੁਸੀਂ ਗੱਲ ਕੀਤੀ ਤਾਂ ਇਹਦੇ ਇੱਕ ਚੀਜ਼ ਹੋਰ ਦੱਸਣਾ ਚਾਹੂੰਗਾ ਦਰਸ਼ਕਾਂ ਨੂੰ ਵੀ, ਕਿ ਹਮੇਸ਼ਾ ਬਾਥ ਲੈ ਕੇ ਹੀ ਸਨਲਾਈਟ ਲਈ ਜਾਵੇ, ਨਾ ਕਿ ਤਾਂ ਜੋ ਵਿਟਾਮਿਨ ਡੀ ਜਿਹੜਾ ਸਾਡੀ ਸਕਿਨ ਨੇ ਸਟੋਰ ਕਰਨਾ ਹੁੰਦਾ, ਉਹ ਚੀਜ਼ ਸਕਿਨ ਦੇ ਵਿੱਚ ਹੈ ਕਿ ਲਾਈਟ ਲਈ ਉਹਨੂੰ ਸਟੋਰ ਕੀਤਾ, ਔਰ ਉਸ ਤੋਂ 4 ਘੰਟੇ ਤੱਕ ਆਪਾਂ ਨਹਾਉਣਾ ਨਹੀਂ ਹੁੰਦਾ। ਤਾਂ ਨੈਚੁਰਲੀ ਹੈ, ਜਿਹਨੇ ਆਪਣੇ ਰੈਗੂਲਰ ਪ੍ਰੋਫੈਸ਼ਨਲ ਲਾਈਫ 'ਚ ਜਾਣਾ ਹੈ ਤਾਂ ਉਹਨੇ ਬਾਥ ਤਾਂ ਲੈਣਾ ਹੀ ਹੈ। ਤਾਂ ਬਾਥ ਲੈ ਕੇ ਅਗਰ ਸਨਲਾਈਟ ਲੈਂਦੇ ਹਾਂ
30-35 ਮਿੰਟ, ਤਾਂ ਉਸ ਤੋਂ ਬਾਅਦ ਆਪਣਾ ਤੁਸੀਂ ਕੱਪੜੇ ਵਗੈਰਾ ਪਾ ਕੇ ਆਪਣੇ ਕੰਮ 'ਤੇ ਜਾ ਸਕਦੇ ਹੋ। ਊਰਜਾ ਸਟੋਰ ਰਹਿੰਦੀ ਬੋਡੀ 'ਚ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਦਰਸ਼ਕਾਂ ਨੂੰ ਸੂਰਜ ਦੀ ਰੋਸ਼ਨੀ ਸੰਬੰਧੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਦਰਸ਼ਕਾਂ ਦਾ ਵੀ ਔਰ ਨਿਊਜ਼ ਏਸ਼ੀਆ ਪੰਜਾਬੀ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਡਾਕਟਰ ਵਰਿੰਦਰ ਸਿੰਘ ਭੁੱਲਰ, ਜਿਨ੍ਹਾਂ ਨੇ ਸਾਨੂੰ ਸਨਲਾਈਟ ਯਾਨੀ ਸੂਰਜ ਦੀ ਰੋਸ਼ਨੀ ਸੰਬੰਧੀ ਪੂਰੀ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਨੇ ਸਾਨੂੰ ਇਹ ਦੱਸਿਆ ਕਿ ਜੇਕਰ ਸੂਰਜ ਦੀ ਰੋਸ਼ਨੀ ਸਾਡੇ ਸਰੀਰ ਦੇ ਉੱਤੇ 35 ਮਿੰਟ ਸਵੇਰ ਦੇ ਸਮੇਂ ਕੱਚੀ ਧੁੱਪ ਜਿਹੜੀ ਹੁੰਦੀ ਹੈ, ਜੇਕਰ ਉਹ ਪੈਂਦੀ ਹੈ, ਉਹਦੇ ਸਾਨੂੰ ਕੀ ਕੀ ਫਾਇਦੇ ਹੁੰਦੇ ਨੇ। ਬਿਨਾਂ ਸੂਰਜ ਦੀ ਰੋਸ਼ਨੀ ਵਾਲੇ ਜਿਹੜੇ ਦੇਸ਼ ਨੇ, ਉਹਨਾਂ ਦੇ ਉੱਥੇ ਦੇ ਲੋਕਾਂ ਨੂੰ ਕਿੱਦਾਂ ਦੀਆਂ ਜਿਹੜੀਆਂ ਬਿਮਾਰੀਆਂ, ਕਿੱਦਾਂ ਦੀਆਂ ਦਿੱਕਤਾਂ ਆਉਂਦੀਆਂ ਨੇ। ਸੂਰਜ ਦੀ ਰੋਸ਼ਨੀ ਲੈਣ ਦੇ ਸਾਨੂੰ ਨਾਲ ਸਾਡੇ ਸਰੀਰ ਦੇ ਅੰਦਰ ਦੀਆਂ ਕਿਹੜੀਆਂ ਕਮੀਆਂ ਪੂਰੀਆਂ ਹੁੰਦੀਆਂ ਨੇ, ਕਿਸ ਤਰੀਕੇ ਨੇ ਨਾਲ ਸਾਨੂੰ ਸੂਰਜ ਦੀ ਰੋਸ਼ਨੀ ਲੈਣੀ ਚਾਹੀਦੀ ਹੈ। ਸੂਰਜ ਦੀ ਰੋਸ਼ਨੀ ਲੈਣ ਲੱਗਿਆਂ ਸਾਨੂੰ ਹੋਰ ਕੀ ਕਰਨਾ ਚਾਹੀਦਾ ਹੈ, ਤਾਂ ਕਿ ਸਾਨੂੰ ਜਿਹੜਾ ਸਾਡੇ ਜਿਹੜਾ ਉੱਥੇ ਸਮਾਂ ਵੀ ਪਾਸ ਹੋਵੇ ਅਤੇ ਸਾਨੂੰ ਜਿਹੜਾ ਸਰੀਰ ਦੇ ਉੱਤੇ ਸਾਨੂੰ ਫਾਇਦਾ ਵੀ ਮਿਲੇ। ਮਸਲਨ ਤਾੜੀਆਂ ਮਾਰਨਾ, ਕਲੈਪਿੰਗ ਕਰਨਾ, 5 ਤੋਂ 10 ਮਿੰਟ ਆਪਾਂ ਕਲੈਪਿੰਗ ਕਰ ਸਕਦੇ ਹਾਂ। ਹੋਰ ਜਿਹੜੀਆਂ ਉੱਥੇ ਯੋਗਾ ਬੈਠ ਕੇ ਕਰ ਸਕਦੇ ਹੈਗੇ ਆ। ਇਸ ਦੇ ਨਾਲ ਆਪਣਾ ਉੱਥੇ ਸਮਾਂ ਵੀ ਬਤੀਤ ਹੋਏਗਾ ਅਤੇ ਨਾਲੇ ਸੂਰਜ ਦੀ ਰੋਸ਼ਨੀ ਲਗਾਤਾਰ ਆਪਣੇ ਉੱਤੇ ਪੈਂਦੀ ਰਹੇਗੀ। ਸੂਰਜ ਦੀ ਰੋਸ਼ਨੀ ਦੇ ਨਾਲ ਕਿਹੜੇ ਵਿਟਾਮਿਨ ਡੀ ਜਿਹੜਾ ਆਪਾਂ ਨਕਲੀ ਰਹਿ ਰਹੇ ਹਾਂ, ਆਪਣੇ ਵਿਟਾਮਿਨ ਡੀ ਜਿਹੜਾ ਸੂਰਜ ਦੀ ਰੋਸ਼ਨੀ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਸਾਡੇ ਏਸ਼ੀਆ ਦੇ ਲੋਕਾਂ ਨੂੰ ਮੁਫਤ 'ਚ ਪਿਤਾ ਪਰਮੇਸ਼ਵਰ ਸਾਨੂੰ ਦੇ ਰਿਹਾ ਹੈ, ਪਰ ਉਹਦੇ ਬਾਵਜੂਦ ਵੀ ਅਸੀਂ ਵਿਟਾਮਿਨ ਡੀ ਦੀਆਂ ਗੋਲੀਆਂ ਅਤੇ ਕੈਪਸੂਲ ਅਤੇ ਪਾਊਡਰ ਖਾ ਰਹੇ ਹਾਂ। ਕੀ ਲਾਭ ਨੇ ਸਾਨੂੰ ਸਰੀਰ ਦੇ ਅੰਦਰ ਵਿਟਾਮਿਨ ਡੀ ਦੇ, ਅਤੇ ਉਹ ਸਾਨੂੰ ਕਿੱਥੋਂ ਮਿਲ ਸਕਦਾ, ਸੂਰਜ ਦੀ ਰੋਸ਼ਨੀ ਦੇ ਰਾਹੀਂ ਕਿੱਦਾਂ ਮਿਲ ਸਕਦਾ, ਫ੍ਰੀ 'ਚ ਮਿਲ ਸਕਦਾ, ਇਹਦੀ ਪੂਰੀ ਜਾਣਕਾਰੀ ਅੱਜ ਸਾਨੂੰ ਡਾਕਟਰ ਵਰਿੰਦਰ ਸਿੰਘ ਭੁੱਲਰ ਨੇ ਦਿੱਤੀ ਹੈ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਇਸ ਦਾ ਫਾਇਦਾ ਸਾਰਿਆਂ ਨੂੰ ਹੋ ਸਕੇ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।